बहुत ही प्यारे अति सत्कारयोग बच्चों, वाहिगुरु के चरणों में अरदास है। वाहिगुरु सारी दुनिया नूं तंदुरुस्तियां बख्शण। साडी सरबत दे भले दी अरदास सतगुरु दे कबूल होवे। सो बेटा, अज दी क्लास दे विच मैं 5वीं क्लास के 1.2 दे कुछ सवाल हल करके दिखाउण लग्या हाँ। किरपा करके 5वीं वाले बच्चों ने इस नूं बड़े ध्यान नाल करना है। सो आओ आपां इस अरदास तो बाद अपना स्कूल का काम करिए। अभ्यास 1.2 बेटे, ये पहला सवाल जो है इहदे विच लिखिया गया है, हेठ लिखियां संख्यावां विच लकीरे अंक दा स्थानक मुੱਲ लिखो। बेटे, स्थानक मुੱਲ किसी भी अंक का वो हुंदा है वो किहड़े स्थान ते है। जिवें आपां पढ़दे हाँ इकाई, दहाई, सैकड़ा, हज़ार, 10,000, लख। जे कोई जिहड़ा अंक है वो दहाई के स्थान ते है तो उन्नियां दहाइयां उहदा मुੱਲ हुंदा है। जे कोई सैकड़े के स्थान ते है तो उन्ने सैकड़े उहदा मुੱਲ हुंदा है। जे कोई हज़ार के स्थान ते है तो उन्ने हज़ार उहदा मुੱਲ हुंदा है। हुण आओ मैं कुछ सवाल 2 हल करके तुहानूं दिखाउंदा ताकि तुहानूं ये चंगी तरह समझ आ जाए। इस पहले सवाल नूं देखो, इहदे विच जो लकीरिया अंक है वो 2 है। असी देखना है इकाई दहाई वांग पढ़ांगे। इकाई दहाई तो 2 जिहड़ा है वो दहाई के स्थान ते है। इहदा मतलब है 2 दा आ 20, तो इहदा जिहड़ा हैगा स्थानक मुੱਲ है वो 20 है। तो दूजे सौखे शब्दों से असीं इस तरह भी कई बार अंदाज़ा ला लेंदे हाँ कि जिहड़े अंक दे थल्ले लकीर लगी हुंदी है ਉਹਦੇ मगर जिन्ने अंक हुंदे ने 1 2 3 4 उन्नियां सिफरां ला दिंदे आ। पर ਇਹ ਤਾਂ एक सवाल ਨੂੰ सौखा हल करन दा बेटे ढंग है, पर समझण ਜਿਹੜਾ है वो इस तरह ही है। ठीक है जी। ਹੁਣ ਆਪਾਂ दूजा सवाल हल करके देखते हैं। ਇਹਦੇ ਵਿੱਚ जो लकीरिया अंक है वो है 4। तो आप देखिए हुण 4 किस स्थान ते है। इकाई, दहाई, सैकड़ा ते हज़ार। ਇਹਦਾ भाव है ਜਿਹੜਾ 4 है वो हज़ार के स्थान पर है। तो 4 का स्थानक मुੱਲ हज़ार ਨੂੰ ਕਿੰਨੀਆਂ ਸਿਫਰਾਂ ਲੱਗਦੀਆਂ ਨੇ? 3। 1 2 ਤੇ 3। ਇੱਥੇ ਜਿਹੜਾ 4 ਦਾ ਸਥਾਨਕ ਮੁੱਲ ਹੈ ਜਿਹੜਾ ਉਹ 4000 है। ठीक है बेटा। तो इस तरह करके तुसी ये सारे सवाल हल कर लेने ने। जिवें ਇਹਦੇ इस सवाल ਦੇ ਵਿੱਚ 7 ਦਾ जे ਸਥਾਨਕ ਮੁੱਲ देखना ਹੋਵੇ, ਇਹ ਆਪਾਂ ਪੜ੍ਹਦੇ ਹਾਂ इकाई, दहाई ਤੇ सैकड़ा। 7 जो है वो सैकड़े के स्थान पर है। ਇਹਦਾ मतलब इसका मुੱਲ 7 सैकड़े भाव 700 है। तो बेटे ये सारे इस तरह असी स्थानक मुੱਲ पता करते हाँ। हुण असी दूसरे सवाल वाल चलते हाँ। इत्थे लिखिया होया है दूजा सवाल, हेठ लिखियां संख्यावां विच लकीरे अंक दा अंकित मुੱਲ लिखो। तो बेटे जिवें आपां उपर देखिया सी, ਸਥਾਨਕ ਮੁੱਲ ਤਾਂ ਉਹ ਹੁੰਦਾ ਹੈ ਜਿਹੜਾ ਉਹਦੇ ਕਿਸੇ ਸਥਾਨ ਕਰਕੇ ਆ ਵੀ ਉਹ ਕਿਹਦੇ ਸਥਾਨ 'ਤੇ ਹੈ, ਇਕਾਈ ਦੇ ਹੈ, ਦਹਾਈ ਦੇ ਹੈ ਕਿ ਸੈਂਕੜੇ ਦੇ ਹੈ। ਪਰ ਬੇਟੇ ਜਿਹੜਾ ਇਹ ਅੰਕਿਤ ਮੁੱਲ ਹੁੰਦਾ ਨਾ, ਇਹ ਅੰਕਿਤ ਮੁੱਲ ਹਰੇਕ ਅੰਕ ਦਾ ਓਨਾ ਹੀ ਮੁੱਲ ਹੁੰਦਾ ਹੈ। ਜਿਵੇਂ ਆਪਾਂ 5 ਦਾ ਅੰਕਿਤ ਮੁੱਲ 5 ਹੀ ਕਵਾਂਗੇ, 1 ਦਾ ਸਥਾਨਕ ਮੁੱਲ 1 ਹੀ ਕਵਾਂਗੇ, ਤਾਂ ਇਹ ਅੰਕਿਤ ਮੁੱਲ ਸਿਰਫ 9 ਤੱਕ ਦੇ ਹੀ ਹੁੰਦੇ ਨੇ। ਤਾਂ ਅੰਕਿਤ ਮੁੱਲ ਓਨਾ ਹੀ ਹੁੰਦਾ ਹੈ। 1 ਹੋ ਸਕਦਾ, 2 ਹੋ ਸਕਦਾ, 3 ਹੋ ਸਕਦਾ, 4 ਹੋ ਸਕਦਾ। ਉਦਾਹਰਨ ਵਜੋਂ ਮੈਂ ਤੁਹਾਨੂੰ ਸਵਾਲ ਹੱਲ ਕਰਕੇ ਦੱਸਦਾ ਹਾਂ। ਇਸ ਪਹਿਲੇ ਸਵਾਲ 'ਚ ਦੇਖੋ, ਇਸ ਦਾ ਪਹਿਲਾ ਜੋ ਲਕੀਰਿਆ ਸਥਾਨ ਹੈ ਉਹ 2 ਹੈ, ਤਾਂ ਇਹਦਾ ਅੰਕਿਤ ਮੁੱਲ ਵੀ 2 ਹੀ ਹੈ। ਇਸ ਸਵਾਲ ਦੇ ਵਿੱਚ ਦੇਖੋ, ਜਿਹੜਾ ਲਕੀਰਿਆ ਅੰਕ ਹੈ ਉਹ ਹੈ 7, ਤਾਂ ਇੱਥੇ ਇਹਦਾ ਅੰਕਿਤ ਮੁੱਲ 7 ਹੀ ਹੈ। ਇੱਥੇ ਜਿਹੜਾ ਲਕੀਰਿਆ ਅੰਕ ਹੈ ਉਹ 4 ਹੈ,
ਤਾਂ ਇਹਦਾ ਅੰਕਤ ਮੁੱਲ 4 ਹੀ ਹੈ। ਇੱਥੇ ਲਕੀਰਿਆ ਅੰਕ 7 ਹੈ ਤਾਂ ਇਹਦਾ ਅੰਕਤ ਮੁੱਲ ਵੀ 7 ਹੀ ਹੈ। ਸੋ ਬੇਟੇ ਇਹ ਯਾਦ ਰੱਖਣਾ ਹੈ। ਸਥਾਨਕ ਮੁੱਲ ਜਿਹੜਾ ਹੁੰਦਾ, ਜਿਹੜੇ ਆਪਾਂ ਇਹ ਸਵਾਲ ਕੀਤੇ ਨੇ, ਇਹਨਾਂ ਦੇ ਵਿੱਚ ਉਹ ਇਕਾਈ, ਦਹਾਈ, ਸੈਂਕੜਾ, ਹਜ਼ਾਰ ਵਾਲੇ ਸਥਾਨ ਅਸੀਂ ਦੇਖ ਕੇ ਫਿਰ ਉਹਦਾ ਸਥਾਨਕ ਮੁੱਲ ਕੱਢਦੇ ਹਾਂ ਵੀ ਉਹ ਅੰਕ ਹੈ ਜਿਹੜਾ ਉਹ ਇਕਾਈ ਦੇ ਥਾਂ 'ਤੇ ਹੈ ਕਿ ਦਹਾਈ ਦੇ ਥਾਂ 'ਤੇ ਹੈ ਕਿ ਸੈਂਕੜੇ ਦੇ ਥਾਂ 'ਤੇ ਹੈ। ਪਰ ਜਿਹੜਾ ਅੰਕਤ ਮੁੱਲ ਕੱਢਣਾ ਹੁੰਦਾ ਹੈ, ਅੰਕਤ ਮੁੱਲ ਦੇ ਵਿੱਚ ਕੋਈ ਜਿੰਨਾ ਅੰਕ ਹੈ ਉਹਦਾ ਮੁੱਲ ਅੰਕਤ ਓਨਾ ਹੀ ਹੁੰਦਾ ਹੈ। ਸੋ ਘਬਰਾਉਣ ਦੀ ਲੋੜ ਨਹੀਂ। ਬਹੁਤ ਵਧੀਆ ਇਹ ਸਵਾਲ ਤੁਸੀਂ ਹੱਲ ਕਰ ਸਕਦੇ ਹੋ। ਮੈਨੂੰ ਆਸ ਹੈ ਤੁਸੀਂ ਸਮਝ ਗਏ ਹੋਵੋਗੇ। ਹੁਣ ਉਸ ਤੋਂ ਬਾਅਦ ਤੀਜੇ ਸਵਾਲ ਨੂੰ ਆਪਾਂ ਹੱਲ ਕਰਦੇ ਹਾਂ। ਹੁਣ ਆਪਾਂ ਜਿਹੜਾ ਸਵਾਲ ਹੈ ਉਹ ਇਹ ਤੀਜਾ ਸਵਾਲ ਹੱਲ ਕਰਾਂਗੇ, ਜਿਹਦੇ ਵਿੱਚ ਲਿਖਿਆ ਹੋਇਆ ਹੈ ਹੇਠ ਲਿਖੀਆਂ ਸੰਖਿਆਵਾਂ ਨੂੰ ਵਿਸਤ੍ਰਿਤ ਰੂਪ ਵਿੱਚ ਲਿਖੋ। ਇਹ ਵੀ ਬੇਟੇ ਵਿਸਤ੍ਰਿਤ ਰੂਪ ਵਿੱਚ ਉਸੇ ਤਰ੍ਹਾਂ ਹੀ ਸੌਖਾ ਲਿਖਿਆ ਜਾ ਸਕਦਾ ਹੈ ਜੇ ਅਸੀਂ ਉਸ ਤੋਂ ਪਹਿਲਾਂ ਸਥਾਨਕ ਮੁੱਲ ਕੱਢ ਸਕਦੇ ਹੋਈਏ। ਤਾਂ ਅਸੀਂ ਇਹਦੇ ਵਿੱਚ ਵਿਸਤ੍ਰਿਤ ਰੂਪ ਦੇ ਵਿੱਚ ਲਿਖਣ ਲਈ ਸਭ ਤੋਂ ਜਿਹੜਾ ਪਹਿਲਾ ਅੱਖਰ ਹੁੰਦਾ ਹੈ, ਜਿਹੜਾ ਸਭ ਤੋਂ ਪਹਿਲਾ ਅੱਖਰ ਹੁੰਦਾ ਹੈ ਨਾ, ਅੰਕ ਹੁੰਦਾ ਹੈ, ਪਹਿਲਾਂ ਉਹਦਾ ਸਥਾਨਕ ਮੁੱਲ ਲਿਖਦੇ ਹਾਂ। ਹੁਣ ਇੱਥੇ ਇਸ ਸੰਖਿਆ ਦੇ ਵਿੱਚ ਪਹਿਲਾ ਜਿਹੜਾ ਹੈ ਉਹ ਅੰਕ ਹੈ 2, ਤਾਂ ਇਹਦਾ ਸਥਾਨਕ ਮੁੱਲ ਕਿੰਨਾ ਹੈ ਜੀ? ਇਕਾਈ, ਦਹਾਈ, ਸੈਂਕੜਾ। ਇਹਦਾ ਮਤਲਬ ਇਹ 200 ਹੈ, 2 ਸੈਂਕੜੇ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ ਜੋੜ ਪਾਵਾਂਗੇ। ਉਸ ਤੋਂ ਅਗਲਾ ਅੰਕ ਹੈ ਜਿਹੜਾ ਉਹ 3 ਹੈ, ਤਾਂ 3 ਕਿਹਦੇ ਥਾਂ 'ਤੇ ਹੈ? ਇਕਾਈ, ਦਹਾਈ, ਤਾਂ 3 ਦਾ ਆ 30। ਉਸ ਤੋਂ ਬਾਅਦ ਅੱਗੇ ਬੇਟੇ ਇਹ 2 ਇਕਾਈਆਂ, 2 ਏਕਮ 2, ਤਾਂ ਇਹ ਪੁੱਤ ਸਾਡਾ ਇਹ ਪਹਿਲੇ ਸਵਾਲ ਦਾ ਵਿਸਤ੍ਰਿਤ ਰੂਪ ਵਿੱਚ ਲਿਖਿਆ ਗਿਆ। ਉਸ ਤੋਂ ਬਾਅਦ ਅਸੀਂ ਦੂਸਰਾ ਸਵਾਲ ਇੱਕ ਹੋਰ ਹੱਲ ਕਰਦਾ ਹਾਂ ਮੈਂ। ਤਾਂ ਅਸੀਂ ਇਹਦੇ ਵਿੱਚ ਦੇਖਦੇ ਹਾਂ ਪਹਿਲਾ ਅੰਕ ਹੈ 4, ਤਾਂ 4 ਹੁਣ ਕਿਹਦੇ ਸਥਾਨ 'ਤੇ ਹੈ? ਇਕਾਈ, ਦਹਾਈ, ਸੈਂਕੜਾ, ਹਜ਼ਾਰ। 4 ਹੈ ਜਿਹੜਾ ਉਹ ਹਜ਼ਾਰ ਦੇ ਥਾਂ 'ਤੇ ਆ, ਤਾਂ ਅਸੀਂ 4000 ਲਿਖਾਂਗੇ। 4000 ਲਿਖਣ ਲਈ ਸਾਨੂੰ 3 ਸਿਫਰਾਂ ਲਾਉਣੀਆਂ ਪੈਣਗੀਆਂ। 4000 ਲਿਖਣ ਲਈ 4 ਦੇ ਨਾਲ 3 ਸਿਫਰਾਂ ਲਿਖਾਂਗੇ। ਉਸ ਤੋਂ ਬਾਅਦ ਜੋੜ ਦਾ ਨਿਸ਼ਾਨ ਪਏਗਾ। ਫਿਰ ਉਸ ਤੋਂ ਬਾਅਦ 1 ਹੈ ਜਿਹੜਾ ਉਹ ਸੈਂਕੜੇ ਦੇ ਸਥਾਨ 'ਤੇ ਹੈ। ਇਕਾਈ, ਦਹਾਈ, ਸੈਂਕੜਾ, ਤਾਂ ਇਹ ਭਾਵ ਇਹ 1 ਸੈਂਕੜਾ ਭਾਵ 100 ਹੈ। ਉਸ ਤੋਂ ਬਾਅਦ ਜੋੜ। ਫਿਰ ਉਸ ਤੋਂ ਬਾਅਦ ਅਸੀਂ ਦੇਖਣਾ ਹੈ 8 ਕਿਹਦੇ ਸਥਾਨ 'ਤੇ ਹੈ? ਇਕਾਈ, ਦਹਾਈ, ਤਾਂ 8 ਦਾ ਆ 80। ਠੀਕ ਹੈ ਜੀ। ਤਾਂ 0 ਦੀ ਕੋਈ ਕੀਮਤ ਨਹੀਂ ਹੁੰਦੀ, ਤਾਂ ਅਸੀਂ ਇਹਨੂੰ ਜਿਹੜਾ ਹੈ ਵਿਸਤ੍ਰਿਤ ਰੂਪ 'ਚ ਇਸ ਤਰ੍ਹਾਂ ਲਿਖ ਸਕਦੇ ਹਾਂ। ਉਸ ਤੋਂ ਬਾਅਦ ਬੇਟੇ ਇਹ ਸਵਾਲ ਮੈਂ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਸੀ ਸਵਾਲ ਆਪਾਂ ਹੱਲ ਕਰਦੇ ਹਾਂ। ਹੁਣ ਇਹਦੇ ਵਿੱਚ ਇੱਕ ਹੋਰ ਸੌਖਾ ਢੰਗ ਹੁੰਦਾ ਜਿਹੜਾ ਜੇ ਕਦੇ ਅਸੀਂ ਭੁੱਲ ਜਾਈਏ ਤਾਂ ਕਰ ਸਕਦੇ ਹਾਂ, ਪਰ ਮੈਨੂੰ ਮਾफ़ ਕਰਿਆ ਜੇ, ਮੈਂ ਇਹ ਇਸ ਤਰ੍ਹਾਂ ਕਰਨ ਲਈ ਤੁਹਾਨੂੰ ਕਦੇ ਵੀ ਨਹੀਂ ਕਹਾਂਗਾ। ਮੈਂ ਤਾਂ ਇਹ ਕਹਾਂਗਾ ਕਿ ਤੁਸੀਂ ਜਦੋਂ ਵੀ ਵਿਸਤ੍ਰਿਤ ਰੂਪ 'ਚ ਹੱਲ ਕਰਨਾ ਹੈ ਉਹਦੇ ਸਥਾਨਕ ਮੁੱਲ ਲਿਖ ਕੇ ਹੱਲ ਕਰਨਾ ਹੈ। ਪਰ ਜੇ ਫਿਰ ਵੀ ਲੋੜ ਪਵੇ ਤਾਂ ਅਸੀਂ ਪਹਿਲਾ ਅੰਕ ਦੇਖ ਲੈਣਾ ਹੈ। ਜਿਵੇਂ ਇਹਦੇ 'ਚ ਪਹਿਲਾ ਅੰਕ 2 ਹੈ, ਤਾਂ 2 ਦੇ ਮਗਰ ਜਿੰਨੇ ਅੰਕ ਨੇ 1 2 3 4, ਤਾਂ ਅਸੀਂ ਇਹਦੇ ਨਾਲ 4 ਸਿਫਰਾਂ ਲਗਾ ਦੇਵਾਂਗੇ। ਫਿਰ ਜੋੜ। ਉਸ ਤੋਂ ਬਾਅਦ ਹੈ 7 ਦੇ ਨਾਲ ਕਿੰਨੇ ਬਾਅਦ ਵਿੱਚ ਕਿੰਨੇ ਅੰਕ ਲਿਖੇ ਨੇ? 1 2 3, ਤਾਂ ਅਸੀਂ ਇੱਥੇ 3 ਅੰਕ ਲਿਖ ਦੇਵਾਂਗੇ। ਉਸ ਤੋਂ ਬਾਅਦ ਫਿਰ ਜੋੜ। ਉਸ ਤੋਂ ਬਾਅਦ ਹੈ 8 ਦੇ ਬਾਅਦ ਕਿੰਨੇ ਅੰਕ ਨੇ? 1 ਅਤੇ 2, ਅਸੀਂ ਇਹਦੇ ਨਾਲ 7 ਦੇ ਨਾਲ ਅਸੀਂ 3 ਸਿਫਰਾਂ ਲਾਉਣੀਆਂ ਸੀ ਕਿਉਂਕਿ 3 ਅੰਕ ਸੀ। 8 ਦੇ ਨਾਲ 2 ਲੱਗਣਗੇ। ਉਸ ਤੋਂ ਬਾਅਦ ਆ ਗਿਆ 1 ਦੇ ਮਗਰ 1 ਹੋਰ ਹੈ, ਤਾਂ 1 ਦੇ ਨਾਲ 1 ਲੱਗ ਜਾਣਾ, ਅਤੇ ਲਾਸਟ 1 ਦੇ ਮਗਰ ਕੁਝ ਵੀ ਨਹੀਂ, ਉਹ ਇਕੱਲਾ 1 ਲਿਖਿਆ ਜਾਣਾ। ਬੇਟੇ ਇਹ ਵਿਸਤ੍ਰਿਤ ਰੂਪ ਵਿੱਚ ਅਸੀਂ ਲਿਖ ਸਕਦੇ ਹਾਂ। ਸੋ ਮੈਨੂੰ ਆਸ ਹੋਇਆ ਤੁਸੀਂ ਜਿਹੜਾ ਇਹ ਆਪਾਂ ਅੱਜ 1.2 ਦੇ ਇਹ 3 ਸਵਾਲ ਕੀਤੇ ਨੇ, ਤੁਸੀਂ ਇਹਨੂੰ ਬੜੇ ਹੀ ਸੌਖੇ ਢੰਗ ਨਾਲ ਕਾਪੀ ਅਤੇ ਹੱਲ ਕਰੋਗੇ, ਅਤੇ ਜਦੋਂ ਵੀ ਆਪਾਂ ਮਿਲਾਂਗੇ ਅਤੇ ਅਸੀਂ ਇਹਨਾਂ ਨੂੰ ਚੈੱਕ ਕਰਾਂਗੇ। ਬਹੁਤ ਬਹੁਤ ਧੰਨਵਾਦ। ਘਰ ਦੇ ਵਿੱਚ ਰਹੋ ਬੇਟੇ, ਸੁਰੱਖਿਅਤ ਰਹੋ। ਵਾਹਿਗੁਰੂ ਸਭ ਨੂੰ ਤੰਦਰੁਸਤੀ ਬਖਸ਼ੇ। ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ।